ਤੁਹਾਡਾ ਦੁਬਾਰਾ ਸਵਾਗਤ ਹੈ ਅਤੇ ਇਹ ਲੈਕਚਰ ਨੰਬਰ 41 ਹੈ। ਅਸੀਂ ਸਪੈਨਿੰਗ ਸੈੱਟ ਬਾਰੇ ਗੱਲ ਕਰਾਂਗੇ। ਵੈਕਟਰ ਸਪੇਸ ਨੂੰ ਪਰਿਭਾਸ਼ਿਤ ਕਰਨ ਲਈ ਸਾਨੂੰ ਬਹੁਤ ਸਾਰੀਆਂ ਕਨਸੈਪਟ ਤਿਆਰ ਕਰਨ ਦੀ ਲੋੜ ਹੈ ਅਤੇ ਇਹ ਉਹਨਾਂ ਵਿੱਚੋਂ ਇੱਕ ਹੈ। ਇਸ ਲਈ ਸਪੈਨਿੰਗ ਸੈੱਟ ਨੂੰ ਕਾਲ ਕਰੋ ਅਤੇ ਇੱਥੇ ਅਸੀਂ ਪਹਿਲਾਂ ਲੀਨੀਅਰ ਸਪੈਨ ਬਾਰੇ ਗੱਲ ਕਰਾਂਗੇ ਅਤੇ ਫਿਰ ਸਪੈਨਿੰਗ ਸੈੱਟ ਬਾਰੇ ਗੱਲ ਕਰਾਂਗੇ। ਤਾਂ ਇੱਕ ਲੀਨੀਅਰ ਸਪੈਨ ਕੀ ਹੈ? ਇਸ ਲਈ ਦਿੱਤੇ ਗਏ ਵੈਕਟਰਸ v1 v2 v3 vn ਦੇ ਵੈਕਟਰਸ ਦੀ ਲੀਨੀਅਰ ਸਪੈਨ। ਇਸ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਆਮ ਤੌਰ ਤੇ ਇਸ v1 v2 v3 vn ਦੇ ਸਪੈਨ ਵਜੋਂ ਦਰਸਾਉਂਦੇ ਹਾਂ ਅਤੇ ਅਸੀਂ ਇਹਨਾਂ ਵੈਕਟਰਸ ਦੇ ਸੈੱਟ ਨੂੰ ਲੀਨੀਅਰ ਕੰਬੀਨੇਸ਼ਨ v1 v2 v3 vn ਵਜੋਂ ਪਰਿਭਾਸ਼ਿਤ ਕਰਦੇ ਹਾਂ। ਇਸ ਲਈ ਇੱਥੇ ਬਿਲਕੁਲ ਇਹ ਲੀਨੀਅਰ ਕੰਬੀਨੇਸ਼ਨ ਹੈ ਜੋ ਲੈਂਬਡਾ 1 v1 ਪਲਸ ਲੈਂਬਡਾ v2 ਅਤੇ ਲੈਂਬਡਾ vn ਦਿੱਤਾ ਗਿਆ ਹੈ ਅਤੇ ਇਸ ਤਰ੍ਹਾਂ ਇਹ ਵੈਕਟਰਸ ਦਾ ਲੀਨੀਅਰ ਕੰਬੀਨੇਸ਼ਨ ਹੈ ਅਤੇ ਇਹ ਲੈਂਬਡਾ ਰੀਅਲ ਨੰਬਰ ਦੇ ਇਸ ਸੈੱਟ ਨਾਲ ਸੰਬੰਧਿਤ ਹੈ। ਇਸ ਲਈ ਇਹ ਦਿੱਤੇ ਗਏ ਵੈਕਟਰਾਂ ਦੇ ਸਾਰੇ ਲੀਨੀਅਰ ਕੰਬੀਨੇਸ਼ਨਸ ਦਾ ਇੱਕ ਸੈੱਟ ਹੈ ਜਿਸਨੂੰ ਅਸੀਂ v1 v2 v3 vn ਦੀ ਸਪੈਨ ਕਹਿੰਦੇ ਹਾਂ। ਬਿਲਕੁਲ ਇਸ ਲਈ ਸਾਰੇ ਲੀਨੀਅਰ ਕੰਬੀਨੇਸ਼ਨਸ ਦੇ ਸੰਗ੍ਰਹਿ ਨੂੰ ਵੈਕਟਰਸ v1 v2 v3 vn ਦੀ ਲੀਨੀਅਰ ਸਪੈਨ ਕਿਹਾ ਜਾਂਦਾ ਹੈ। ਅਤੇ ਇੱਥੇ ਅਸੀਂ ਜਿਸ ਸਮੱਸਿਆ ਬਾਰੇ ਚਰਚਾ ਕਰਾਂਗੇ ਉਹ ਹੈ ਇਹ ਵੈਕਟਰ 1 0 0 ਹੈ। ਮੰਨ ਲਓ ਕਿ ਇਹ ਕਾਲਮ ਵੈਕਟਰ ਹੈ ਪਰ ਅਸੀਂ ਰੋ ਵੈਕਟਰਸ ਨਾਲ ਵੀ ਕਰ ਸਕਦੇ ਹਾਂ। ਤਾਂ ਇਸ ਵੈਕਟਰ 4 ਤੋਂ 7 ਅਤੇ 3 1 4 ਦੇ ਸਪੈਨ ਵਿੱਚ ਵੈਕਟਰ ਹੈ। ਇਸ ਲਈ ਸਾਨੂੰ ਮੂਲ ਰੂਪ ਵਿੱਚ ਜੋ ਚੈੱਕ ਕਰਨ ਦੀ ਲੋੜ ਹੈ ਕਿ ਅਸੀਂ ਇਸ ਵੈਕਟਰ ਨੂੰ ਇਹਨਾਂ ਦੋ ਵੈਕਟਰਸ ਦੇ ਲੀਨੀਅਰ ਕੰਬੀਨੇਸ਼ਨ ਵਜੋਂ ਲਿਖ ਸਕਦੇ ਹਾਂ ਕਿਉਂਕਿ ਇੱਥੇ ਇਹ ਸਵਾਲ ਹੈ ਕਿ ਇਹ ਵੈਕਟਰ ਹੈ। ਇਸ ਦੇ ਵੈਕਟਰ ਦੇ ਸਪੈਨ ਵਿੱਚ ਤਾਂ ਇਹਨਾਂ ਵੈਕਟਰਸ ਦਾ ਸਪੈਨ ਕੀ ਹੈ ਇਹਨਾਂ ਦੋਨਾਂ ਵੈਕਟਰਸ ਦੇ ਸਾਰੇ ਲੀਨੀਅਰ ਕੰਬੀਨੇਸ਼ਨਸ ਅਤੇ ਇਹ ਦੇਖਣ ਲਈ ਕਿ ਕੀ ਇਹ ਇਸ ਨਾਲ ਸੰਬੰਧਿਤ ਹੈ ਇਹਨਾਂ ਵੈਕਟਰਾਂ ਦਾ ਸਪੈਨ ਹੈ ਜਾਂ ਨਹੀਂ। ਅਸੀਂ ਇਹ ਜਾਂਚ ਕਰਾਂਗੇ ਕਿ ਕੀ ਇਹ ਵੈਕਟਰ ਇਹਨਾਂ ਦੋ ਵੈਕਟਰਸ ਦਾ ਇਹ ਲੀਨੀਅਰ ਕੰਬੀਨੇਸ਼ਨ ਹੈ ਜਾਂ ਨਹੀਂ। ਇਸ ਲਈ ਸਾਨੂੰ ਅਸਲ ਵਿੱਚ ਜਾਂਚ ਦੀ ਜ਼ਰੂਰਤ ਹੈ ਕਿ ਸਾਨੂੰ ਲੈਂਬਡਾ 1 ਅਤੇ ਲੈਂਬਡਾ 2 ਅਜਿਹੇ ਲੱਭਣ ਦੀ ਜ਼ਰੂਰਤ ਹੈ ਕਿ ਲੈਂਬਡਾ 1 ਇਹ ਵੈਕਟਰ 4 ਤੋਂ 7 ਪਲਸ ਲੈਂਬਡਾ 2 ਹੋਰ ਵੈਕਟਰ ਇੱਥੇ 3 1 4 ਸਾਨੂੰ 1 0 0 ਦੇਵੇਗਾ। ਕੀ ਅਜਿਹੇ ਲੈਂਬਡਾ ਨੂੰ ਲੱਭਣਾ ਸੰਭਵ ਹੈ ਜਾਂ ਇਹ ਸੰਭਵ ਨਹੀਂ ਹੈ? ਇੱਥੇ ਸਿਸਟਮ ਅਸੰਗਤ ਹੈ ਜਾਂ ਇਹ ਇਕਸਾਰ ਪ੍ਰਣਾਲੀ ਹੈ ਜੋ ਸਾਨੂੰ ਲੈਂਬਡਾ 1 ਅਤੇ ਲੈਂਬਡਾ 2 ਦੇ ਸਕਦਾ ਹੈ। ਇਸ ਲਈ ਇਸ ਦਾ ਦੁਬਾਰਾ ਜਵਾਬ ਦੇਣ ਲਈ ਸਾਨੂੰ ਇਸ ਤੇ ਵਾਪਸ ਆਉਣਾ ਪਏਗਾ। ਔਗਮੈਂਟਡ ਮੈਟ੍ਰਿਕਸ ਅਤੇ ਰੋ ਰਿਡਿਊਸਡ ਐਸ਼ਲੋਨ ਫੋਰਮ ਦੇ ਵਿਚਾਰ ਤੇ ਦੁਬਾਰਾ ਧਿਆਨ ਦਿਓ ਕਿ ਇਹ ਕਤਾਰ ਘਟੀ ਹੋਈ ਐਸ਼ਲੋਨ ਫੋਰਮ ਬਹੁਤ ਮਹੱਤਵਪੂਰਨ ਹੈ। ਲਗਭਗ ਸਾਡੇ ਲੈਕਚਰਾਂ ਵਿੱਚ ਅਸੀਂ ਗੌਸ ਐਲੀਮੀਨੇਸ਼ਨ ਦੀ ਵਰਤੋਂ ਕਰਦੇ ਹੋਏ ਸਿਸਟਮ ਆਫ ਇਕੁਏਸ਼ਨਸ ਨੂੰ ਹੱਲ ਕਰਨ ਦੇ ਵਿਚਾਰ ਦੀ ਵਰਤੋਂ ਕਰਾਂਗੇ ਜਾਂ ਇਹ ਕਹਿ ਸਕਦੇ ਹਾਂ ਕਿ ਇਸ ਰੋ ਨੂੰ ਘਟਾਉਣ ਨਾਲ ਐਸ਼ਲੋਨ ਫੋਰਮ ਘਟਾਇਆ ਗਿਆ ਹੈ ਕਿਉਂਕਿ ਇੱਕ ਵਾਰ ਜਦੋਂ ਸਾਡੇ ਕੋਲ ਇਹ ਰੋ ਰਿਡਿਊਸ ਐਸ਼ਲੋਨ ਫੋਰਮ ਹੁੰਦਾ ਹੈ ਤਾਂ ਅਸੀਂ ਬਿਲਕੁਲ ਦੱਸ ਸਕਦੇ ਹਾਂ ਕਿ ਇਹਨਾਂ ਦਿੱਤੇ ਸਿਸਟਮ ਵਿੱਚੋਂ ਕਿਸ ਕਿਸਮ ਦਾ ਸੋਲਿਊਸ਼ਨ ਪ੍ਰਾਪਤ ਕਰ ਰਹੇ ਹਾਂ। ਤਾਂ ਸਾਡੇ ਕੋਲ ਇੱਥੇ ਹੈ ਇਹ ਵਧਿਆ ਔਗਮੈਂਟਡ ਮੈਟ੍ਰਿਕਸ ਹੈ। ਇਸ ਲਈ ਸਾਡੀਆਂ ਸਮੀਕਰਨਾਂ 4 ਲੈਂਬਡਾ 1 ਪਲਸ 3 ਲੈਂਬਡਾ 2 1 ਦੇ ਇਕੁਅਲ ਹਨ ਅਤੇ ਦੂਜਾ ਇਕੁਏਸ਼ਨ ਲੈਂਬਡਾ 1 ਪਲਸ ਲੈਂਬਡਾ 2 0 ਦੇ ਇਕੁਅਲ ਹਨ। ਤੀਜਾ ਇਕੁਏਸ਼ਨ 7 ਲੈਂਬਡਾ 1 ਪਲਸ 4 ਲੈਂਬਡਾ 2 0 ਦੇ ਇਕੁਅਲ ਹੈ। ਇਸ ਲਈ ਇਸ ਵਿੱਚੋਂ ਅਸੀਂ ਲਿਖਿਆ ਹੈ ਕਿ ਇਸ ਨੂੰ ਔਗਮੈਂਟਡ ਮੈਟ੍ਰਿਕਸ ਕੋਫੀਸ਼ੀਐਂਟਡ ਮੈਟ੍ਰਿਕਸ ਇੱਥੇ 4 3 2 1 7 4 ਹੈ ਅਤੇ ਫਿਰ ਇਹ ਰਾਈਟ ਹੈਂਡ ਸਾਈਡ ਵੈਕਟਰ ਜੋ 1 0 0 ਹੈ। ਹੁਣ ਸਾਨੂੰ ਇਸ ਨੂੰ ਰੋ ਰਿਡਿਊਸਡ ਐਸ਼ਲੋਨ ਫੋਰਮ ਤੱਕ ਰਿਡਿਊਸ ਦੀ ਲੋੜ ਹੈ ਅਤੇ ਇਹ ਵਿਚਾਰ ਇਹ ਵੀ ਹੈ ਕਿ ਅਸੀਂ ਕਈ ਟਾਈਮਸ ਸਮਝਾਇਆ ਹੈ ਕਿ ਸਾਨੂੰ ਇਸ ਇਕੁਏਸ਼ਨ ਨੰਬਰ 1 ਦੀ ਮਦਦ ਨਾਲ ਇਸ ਐਲੀਮੈਂਟ ਨੂੰ 0 ਬਣਾਉਣ ਦੀ ਲੋੜ ਹੈ ਅਤੇ ਫਿਰ ਇਸ ਐਲੀਮੈਂਟ ਨੂੰ 0 ਬਣਾਉਣ ਦੀ ਲੋੜ ਹੈ। ਸਾਨੂੰ ਇਕੁਏਸ਼ਨ ਨੰਬਰ 2 ਦੀ ਮਦਦ ਨਾਲ ਇਸ ਐਲੀਮੈਂਟ ਨੂੰ 0 ਬਣਾਉਣ ਦੀ ਲੋੜ ਹੈ। ਇਸ ਲਈ ਅਜਿਹਾ ਕਰਨ ਨਾਲ ਮੈਂ ਇੱਥੇ ਸਿੱਧਾ ਲਿਖ ਰਹੀ ਹਾਂ ਕਿ ਘਟਾਇਆ ਗਿਆ ਐਸ਼ਲੋਨ ਫੋਰਮ ਕੀ ਹੋਵੇਗਾ। ਇਸ ਲਈ 4 3 1 ਅਤੇ ਫਿਰ 0 ਇੱਥੇ 1 1 ਅਤੇ 0 0 2। ਇਸ ਲਈ ਇਹ ਰੋ ਰਿਡਿਊਸ ਐਸ਼ਲੋਨ ਫੋਰਮ ਹੈ ਅਤੇ ਇੱਥੇ ਹੁਣ ਅਸੀਂ ਸਿੱਟਾ ਕੱਢ ਸਕਦੇ ਹਾਂ ਕਿਉਂਕਿ ਇਹ ਹੁਣ ਸਾਡੇ ਪਹਿਲਾ ਕਾਲਮ ਵਿੱਚ ਪਿਵਟ ਐਲੀਮੈਂਟ ਹੈ ਅਤੇ ਦੂਜਾ ਕਾਲਮ ਵਿੱਚ ਵੀ ਪਿਵਟ ਐਲੀਮੈਂਟ ਹੈ ਅਤੇ ਪਰ ਇੱਥੇ ਸਮੱਸਿਆ ਇਕੁਏਸ਼ਨ ਦੀ ਕੰਸਿਸਟੈਂਸੀ ਨਾਲ ਹੈ। ਆਖਰੀ ਇਕੁਏਸ਼ਨ ਦੱਸਦੀ ਹੈ ਕਿ 0 2 ਦੇ ਇਕੁਅਲ ਹੈ
ਜੋ ਕਿ ਸੰਭਵ ਨਹੀਂ ਹੈ, ਜੋ ਇੱਥੇ ਸੰਭਵ ਨਹੀਂ ਹੈ। ਇਸ ਦਾ ਮਤਲਬ ਹੈ ਕਿ ਅਸੀਂ ਇਸ ਪ੍ਰਣਾਲੀ ਨੂੰ ਹੱਲ ਨਹੀਂ ਕਰ ਸਕਦੇ ਹਾਂ। ਅਸੀਂ ਇਸ ਪ੍ਰਣਾਲੀ ਨੂੰ ਲੈਂਬਡਾ 1 ਅਤੇ ਲੈਂਬਡਾ 2 ਲਈ ਹੱਲ ਨਹੀਂ ਕਰ ਸਕਦੇ। ਕੋਈ ਹੱਲ ਨਹੀਂ ਹੈ ਕਿਉਂਕਿ ਸਾਡੀਆਂ ਇਕੁਏਸ਼ਨਸ ਅਸੰਗਤ ਹਨ, ਇਸ ਲਈ ਸਾਨੂੰ ਇਸ ਦਾ ਕੋਈ ਸੋਲਿਊਸ਼ਨ ਨਹੀਂ ਮਿਲ ਸਕਦਾ ਹੈ ਜੋ ਸਿਸਟਮ ਆਫ ਇਕੁਏਸ਼ਨਸ। ਅਤੇ ਇਸ ਲਈ ਇਸ ਸਵਾਲ ਦਾ ਜਵਾਬ ਇਹ ਹੈ ਕਿ ਇਹ ਵੈਕਟਰ 1 0 0 4 ਤੋਂ 7 ਅਤੇ 3 ਤੋਂ 4 ਵੈਕਟਰਸ ਦੇ ਵਿੱਚ ਨਿਹਿਤ ਨਹੀਂ ਹੈ। ਇਸ ਲਈ ਇੱਥੇ ਸਿਸਟਮ ਇੱਕ ਅਸੰਗਤ ਹੈ ਅਤੇ ਅਸੀਂ ਉੱਥੇ ਦਿੱਤੇ ਗਏ ਲੀਨੀਅਰ ਕੰਬੀਨੇਸ਼ਨ ਦੇ ਰੂਪ ਵਿੱਚ ਨਹੀਂ ਲਿਖ ਸਕਦੇ ਹਾਂ। ਇਸ ਲਈ ਇੱਥੇ ਇੱਕ ਹੋਰ ਵਧੀਆ ਨਤੀਜਾ ਹੈ। ਅਸੀਂ ਫਾਰਮਲ ਪ੍ਰੂਫ ਨਹੀਂ ਦੇਖਾਂਗੇ, ਪਰ ਅਸੀਂ ਘੱਟੋ ਘੱਟ ਕੁਝ ਅਨੁਭਵ ਦੇਖਾਂਗੇ ਕਿ ਇਹ ਕਿਵੇਂ ਹੋ ਰਿਹਾ ਹੈ। ਇਸ ਲਈ S ਇਹ ਵੈਕਟਰ ਸਪੇਸ V ਦਾ ਸਬਸੈਟ ਹੈ। ਫਿਰ ਇਹ ਸਪੈਨ S ਸਪੈਨ ਕੀ ਹੈ? S ਵੈਕਟਰਸ ਦੇ ਸਾਰੇ ਲੀਨੀਅਰ ਕੰਬੀਨੇਸ਼ਨ। ਇਹ ਸਪੈਨ ਹੈ S E ਦਾ ਇਹ ਸਬ ਸਪੇਸ ਹੈ N। ਇਸ ਸਪੈਨ ਦੀ ਚੰਗੀ ਪ੍ਰਾਪਰਟੀ ਕੀ ਹੈ? ਇਸ ਲਈ ਅਸੀਂ ਕੋਈ ਵੀ ਦੋ ਵੈਕਟਰ ਲੈਂਦੇ ਹਾਂ। ਵੈਕਟਰਸ ਦਾ ਸੰਗ੍ਰਹਿ, ਫਿਰ ਇਸ ਦਾ ਸਪੈਨ ਤੁਹਾਨੂੰ ਵੈਕਟਰ ਸਪੇਸ ਦੇਵੇਗਾ। ਇਸ ਲਈ ਇਹ ਸਪੈਨ S ਇਹ ਸਬ ਸਪੇਸ ਹੈ, ਭਾਵ ਇਹ V ਦੇ ਇਸ ਵੀ ਸਬ ਸਪੇਸ ਦੀ ਇਹ ਵੈਕਟਰ ਸਪੇਸ ਹੈ, ਜਿਨ੍ਹਾਂ ਦੇ ਐਲੀਮੈਂਟ ਅਸੀਂ ਇਸ ਸਬਸੈਟ ਵਜੋਂ ਲਏ ਹਨ। ਅਤੇ ਇਹ ਸਭ ਤੋਂ ਛੋਟੀ ਹੋਰ ਮਹੱਤਵਪੂਰਨ ਜਾਣਕਾਰੀ ਹੈ ਕਿ ਇਹ ਸਭ ਤੋਂ ਛੋਟਾ ਸਬ ਸਪੇਸ ਹੈ ਜਿਸ ਵਿੱਚ ਇਹ ਸੈਟ S ਹੁੰਦਾ ਹੈ। ਇਸ ਲਈ ਇਹ ਕੋਈ ਛੋਟਾ ਸਬਸੈਟ ਨਹੀਂ ਹੋ ਸਕਦਾ ਜਿਸ ਵਿੱਚ S ਹੋਵੇ ਅਤੇ ਇਹ ਵੈਕਟਰ ਸਪੇਸ ਹੋਵੇ। ਇਸ ਲਈ ਇਹ ਸਭ ਤੋਂ ਛੋਟੀ ਵੈਕਟਰ ਸਪੇਸ ਹੈ ਜਿਸ ਵਿੱਚ ਵੈਕਟਰਸ ਦੇ ਸੈੱਟ ਹਨ। ਇਸ ਲਈ ਇੱਥੇ ਪ੍ਰੂਫ ਦੇ ਵਿਚਾਰ ਨੂੰ ਵੇਖਣ ਲਈ, ਇਸ ਲਈ ਅਸੀਂ ਮੰਨਦੇ ਹਾਂ ਕਿ ਇਹ ਸਾਡਾ ਸੈਟ S ਹੈ ਜਿਸ ਵਿੱਚ V1 V2 V3 Vn ਹਨ ਅਤੇ ਇਹ ਇਸ S ਦੇ ਐਲੀਮੈਂਟ ਹਨ। ਅਤੇ ਅਸੀਂ ਕੀ ਦਿਖਾਵਾਂਗੇ ਕਿ ਇਸ S ਦੀ ਸਪੇਸ ਇਹ ਵੈਕਟਰ ਸਪੇਸ ਹੈ। V ਦੀ ਇਹ ਵੈਕਟਰ ਸਪੇਸ ਹੈ। ਇਸ ਲਈ ਵੈਕਟਰ ਸਪੇਸ ਨੂੰ ਦਿਖਾਉਣ ਲਈ ਸਾਨੂੰ ਉਹਨਾਂ ਦੋ ਵਿਸ਼ੇਸ਼ਤਾਵਾਂ ਨੂੰ ਦਿਖਾਉਣ ਦੀ ਲੋੜ ਹੈ ਕਿਉਂਕਿ ਅਸੀਂ ਇੱਥੇ ਸਬ ਸਪੇਸ ਬਾਰੇ ਗੱਲ ਕਰ ਰਹੇ ਹਾਂ। ਸਾਨੂੰ ਉਹਨਾਂ ਦੋ ਵਿਸ਼ੇਸ਼ਤਾਵਾਂ ਨੂੰ ਬਿਲਕੁਲ ਦਿਖਾਉਣ ਦੀ ਲੋੜ ਹੈ। ਕਲੋਜ਼ਰ ਪ੍ਰਾਪਰਟੀਜ਼ ਦਾ ਮਤਲਬ ਹੈ ਕਿ ਤੁਸੀਂ ਇਸ ਸੈੱਟ ਦੇ ਕੋਈ ਵੀ ਦੋ ਐਲੀਮੈਂਟ ਲੈਂਦੇ ਹੋ ਅਤੇ ਉਹਨਾਂ ਦਾ ਵੈਕਟਰ ਜੋੜ ਵੀ ਉਸੇ ਸੈੱਟ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ। ਅਤੇ ਇਹ ਵੀ ਕਿ ਜਦੋਂ ਅਸੀਂ ਇਸ ਸੈੱਟ ਨੂੰ ਨੰਬਰ ਸਕੇਲਰ ਨੰਬਰ ਨਾਲ ਗੁਣਾ ਕਰਦੇ ਹਾਂ ਕਿ ਨਵਾਂ ਐਲੀਮੈਂਟ ਵੀ ਇਸ ਸੈੱਟ S ਦਾ ਹੋਣਾ ਚਾਹੀਦਾ ਹੈ। ਇਸ ਲਈ ਇੱਥੇ ਮੰਨ ਲਓ ਕਿ ਇਹ U ਅਤੇ V ਇਸ ਸਪੈਨ S ਨਾਲ ਸੰਬੰਧਿਤ ਹਨ। ਅਤੇ ਹੁਣ ਕਿਉਂਕਿ U ਸਪੈਨ S ਨਾਲ ਸੰਬੰਧਿਤ ਹੈ ਅਤੇ V ਸਪੈਨ S ਨਾਲ ਸੰਬੰਧਿਤ ਹੈ, ਇਸ ਲਈ ਅਸੀਂ ਇਸ U ਅਤੇ V ਨੂੰ ਵੈਕਟਰ ਸਪੇਸ ਦੇ ਲੀਨੀਅਰ ਕੰਬੀਨੇਸ਼ਨ ਵਜੋਂ ਲਿਖ ਸਕਦੇ ਹਾਂ। ਇਸ ਲਈ ਇੱਥੇ U ਨੂੰ ਵੀ I ਵੈਕਟਰ ਲੈਂਬਡਾ I ਦੇ ਲੀਨੀਅਰ ਕੰਬੀਨੇਸ਼ਨ ਵਜੋਂ ਲਿਖਿਆ ਗਿਆ ਹੈ ਤਾਂ ਇਹ ਲੀਨੀਅਰ ਕੰਬੀਨੇਸ਼ਨ ਹੈ। ਇੱਥੇ ਵੀ ਅਸੀਂ ਵੈਕਟਰ V ਦੇ ਲੀਨੀਅਰ ਕੰਬੀਨੇਸ਼ਨ ਵਜੋਂ ਲਿਖਿਆ ਹੈ। ਇਹ ਨਹੀਂ ਹੈ ਕਿ ਇਹ ਲੈਂਬਡਾਸ ਅਤੇ ਇਹ ਵਰਤੋਂ ਵੱਖ-ਵੱਖ ਹੋਵੇਗੀ ਅਤੇ ਦੂਜੇ ਸਕੇਲਰ, ਪਰ ਇਹ U ਇੱਕ ਹੋਰ ਵੈਕਟਰ ਹੈ। ਇਸ ਲਈ ਇਹ U ਹੈ ਇੱਕ ਵੱਖਰਾ ਲੀਨੀਅਰ ਕੰਬੀਨੇਸ਼ਨ। ਇੱਥੇ ਵੀ ਇਹ ਹੋਰ ਵੈਕਟਰ ਹੈ, ਇਸ ਲਈ ਸਾਡੇ ਕੋਲ ਇਹ ਵੱਖਰਾ ਲੀਨੀਅਰ ਕੰਬੀਨੇਸ਼ਨ ਹੈ। ਇਸ ਲਈ ਇਹ ਦੋ ਵੈਕਟਰ ਜੋ ਅਸੀਂ ਸਪੈਨ S ਤੋਂ ਲਏ ਹਨ ਉਹ V ਦੇ ਲੀਨੀਅਰ ਕੰਬੀਨੇਸ਼ਨ ਹੋਣੇ ਚਾਹੀਦੇ ਹਨ। ਅਤੇ ਹੁਣ ਜੇਕਰ ਅਸੀਂ ਉਹਨਾਂ ਨੂੰ ਜੋੜੋ ਤਾਂ U ਪਲੱਸ V, ਜੇਕਰ ਅਸੀਂ ਉਹਨਾਂ ਨੂੰ ਜੋੜੋ ਤਾਂ ਕੀ ਹੋਵੇਗਾ? ਜਦੋਂ ਅਸੀਂ ਉਹਨਾਂ ਨੂੰ ਜੋੜੋ ਹਾਂ ਤਾਂ ਇਹ ਲੈਂਬਡਾ ਹੈ ਪਲੱਸ ਮਿਊ I ਅਤੇ ਇਹ ਵੀ I ਹੋਵੇਗਾ। ਇਸ ਲਈ ਇਹ ਵੀ I ਦਾ ਇਹ ਲੀਨੀਅਰ ਕੰਬੀਨੇਸ਼ਨ ਹੈ ਕਿਉਂਕਿ ਜਦੋਂ ਲੈਂਬਡਾ I ਹੈ ਅਤੇ ਮਿਊ I ਹੈ ਰੀਅਲ ਹੈ, ਉਹਨਾਂ ਦਾ ਜੋੜ ਵੀ ਰੀਅਲ ਨੰਬਰ ਹੈ। ਇਸ ਲਈ ਸਾਡੇ ਕੋਲ ਇਹ ਦੁਬਾਰਾ ਇਹ ਲੀਨੀਅਰ ਕੰਬੀਨੇਸ਼ਨ ਦੇ ਰੂਪ ਵਿੱਚ ਹੈ। ਇਸ ਲਈ ਇਹ ਸਪੈਨ S ਨਾਲ ਵੀ ਸੰਬੰਧਿਤ ਹੋਵੇ ਕਿਉਂਕਿ ਸਪੈਨ S ਵਿੱਚ ਵੀ I ਦੇ ਸਾਰੇ ਲੀਨੀਅਰ ਮਿਸ਼ਰਣ ਹੁੰਦੇ ਹਨ। ਇਹ ਲੀਨੀਅਰ ਕੰਬੀਨੇਸ਼ਨ ਹੈ, ਇਸ ਲਈ ਯਕੀਨੀ ਤੌਰ ਤੇ ਇਹ ਸਪੈਨ S ਨਾਲ ਸੰਬੰਧਿਤ ਹੋਵੇਗਾ। ਅਤੇ ਇੱਕ ਹੋਰ ਪ੍ਰਾਪਰਟੀ ਕਲੋਜ਼ਰ ਪ੍ਰਾਪਰਟੀ ਜਿਸਨੂੰ ਅਸੀਂ ਜਾਂਚਦੇ ਹਾਂ ਜਦੋਂ ਅਸੀਂ ਕਿਸੇ ਵੀ ਕੌਨਸਟੈਂਟ ਕਿਸੇ ਵੀ ਸਕੇਲਰ ਮਲਟੀਪਲਾਈ ਬਾਏ ਕਰਦੇ ਹਾਂ, ਜਿਵੇਂ ਕਿ ਇੱਥੇ ਅਸੀਂ C ਨੂੰ ਇਹ ਸਕੇਲਰ ਵਜੋਂ ਲਿਆ ਹੈ। ਇਸ ਲਈ ਜੇਕਰ ਅਸੀਂ ਇਸ C ਨੂੰ ਇਸ ਵੈਕਟਰ U ਨਾਲ ਗੁਣਾ ਕਰਦੇ ਹਾਂ ਤਾਂ ਜੋ ਅਸੀਂ ਕੀ ਪ੍ਰਾਪਤ ਕਰਾਂਗੇ? ਅਸੀਂ ਪ੍ਰਾਪਤ ਕਰਾਂਗੇ। ਇਸ ਲਈ ਇੱਥੇ ਇਹ C ਲੈਂਬਡਾ ਨਹੀਂ ਹੈ। ਇਸ ਲਈ ਜਦੋਂ ਅਸੀਂ ਇਸ ਨੂੰ U ਲਿਖਦੇ ਹਾਂ ਕਿਉਂਕਿ U ਇਹ ਲੀਨੀਅਰ ਕੰਬੀਨੇਸ਼ਨ ਹੈ ਚੰਗੀ ਤਰ੍ਹਾਂ ਸਹੀ, ਇਸ ਲਈ ਇਹ U ਇਹ ਲੀਨੀਅਰ ਕੰਬੀਨੇਸ਼ਨ ਹੈ। ਇਸ ਲਈ ਅਸੀਂ ਇੱਥੇ ਪਹਿਲਾਂ ਹੀ ਲਿਖਿਆ ਹੈ। ਤੁਹਾਨੂੰ
ਲੈਂਬਡਾ ਵੀ I ਲਿਖਿਆ ਗਿਆ ਹੈ, ਅਤੇ ਜਦੋਂ ਅਸੀਂ ਇੱਥੇ ਇਹ ਕੌਨਸਟੈਂਟ C ਨਾਲ ਇਹ ਸਕੇਲਰ C ਮਲਟੀਪਲਾਈ ਬਾਏ ਕਰਦੇ ਹਾਂ ਤਾਂ C ਲੈਂਬਡਾ ਅਤੇ Vi ਵਿੱਚ ਕੀ ਹੋਵੇਗਾ ਤਾਂ ਇਹ C ਲੈਂਬਡਾ I ਜਦੋਂ ਅਸੀਂ ਇਸ ਸਕੇਲਰ C ਨੂੰ ਇੱਥੇ 2 ਲੈਂਬਡਾ ਨਾਲ ਗੁਣਾ ਕਰਦੇ ਹਾਂ ਜੋ ਇੱਕ ਹੋਰ ਰੀਅਲ ਨੰਬਰ ਹੈ ਅਤੇ ਇਹ ਇੱਕ ਹੋਰ ਲੀਨੀਅਰ ਕੰਬੀਨੇਸ਼ਨ ਹੈ Vi ਇਸ ਲਈ ਇੱਕ ਵਾਰ ਸਾਡੇ ਕੋਲ ਇਹ ਲੀਨੀਅਰ ਕੰਬੀਨੇਸ਼ਨ ਹੈ, ਅਤੇ ਸਾਰੇ ਲੀਨੀਅਰ ਕੰਬੀਨੇਸ਼ਨਸ ਇਸ ਸਪੈਨ S ਨਾਲ ਸੰਬੰਧਿਤ ਹਨ ਇਸ ਲਈ ਇਹ ਐਲੀਮੈਂਟ ਵੀ ਸਪੈਨ S ਨਾਲ ਸੰਬੰਧਿਤ ਹੋਵੇਗਾ। ਇਸ ਲਈ ਅਸੀਂ ਇੱਥੇ ਜੋ ਦੇਖਿਆ ਹੈ ਉਹ ਕਲੋਜ਼ਰ ਪ੍ਰਾਪਰਟੀਜ਼ ਸੰਤੁਸ਼ਟ ਹਨ। ਇਸ ਦਾ ਮਤਲਬ ਹੈ ਕਿ ਇਹ ਸਪੈਨ S A ਵੈਕਟਰ ਸਬ ਸਪੇਸ ਹੈ ਇਸ ਲਈ ਸਪੈਨ S A ਵੈਕਟਰ ਸਬ ਸਪੇਸ ਹੈ ਅਤੇ ਸਾਨੂੰ ਹੋਰ ਕੀ ਦਿਖਾਉਣ ਦੀ ਲੋੜ ਹੈ ਕਿ S ਦੇ ਐਲੀਮੈਂਟ ਵਾਲਾ ਕੋਈ ਵੀ ਸਬ ਸਪੇਸ ਵੀ ਉਹ ਸੈੱਟ ਹੈ ਜਿਸ ਵਿੱਚ ਸਪੇਸ ਹੋਵੇਗਾ S ਅਤੇ ਕਾਰਨ ਸਪਸ਼ਟ ਹੈ ਕਿਉਂਕਿ ਇਸ ਸਪੈਨ S ਵਿੱਚ ਸਾਰੇ ਲੀਨੀਅਰ ਕੰਬੀਨੇਸ਼ਨਸ ਸ਼ਾਮਲ ਹਨ। ਜੇਕਰ ਤੁਹਾਡੇ ਕੋਲ ਇਹ ਹੈ ਮੰਨੋ ਕਿ ਤੁਸੀਂ ਇਹ ਵੈਕਟਰ ਸਪੇਸ ਤੇ ਕੰਸੀਡਰ ਕਰਦੇ ਹੋ। ਸਾਡੇ ਕੋਲ ਇੱਕ ਵੈਕਟਰ ਸਪੇਸ ਹੈ ਉਦਾਹਰਨ ਲਈ ਜਿਸ ਵਿੱਚ ਇਹ ਸੈੱਟ ਹੈ S ਇੱਥੇ। ਨਿਸ਼ਚਿਤ ਤੌਰ ਤੇ ਕਿਉਂਕਿ ਜੇਕਰ ਇਹ ਵੈਕਟਰ ਸਪੇਸ ਹੈ ਜੋ ਕਹਿੰਦਾ ਹੈ ਕਿ W ਇਹ ਵੈਕਟਰ ਸਪੇਸ ਹੈ ਜਿਸ ਵਿੱਚ S ਹੈ, ਇਸ ਲਈ ਯਕੀਨੀ ਤੌਰ ਤੇ ਕਿਉਂਕਿ ਇਹ ਵੈਕਟਰ ਸਪੇਸ ਹੈ, ਸਾਰੇ ਲੀਨੀਅਰ ਕੰਬੀਨੇਸ਼ਨਸ ਕਿਉਂਕਿ ਜਦੋਂ ਅਸੀਂ ਇਸ ਦੇ 2 ਐਲੀਮੈਂਟ ਜੋੜੋ ਹਾਂ ਤਾਂ ਅੰਤ ਵਿੱਚ ਉੱਥੇ ਹੋਣਾ ਚਾਹੀਦਾ ਹੈ। ਇਸ ਸੈੱਟ W ਵਿੱਚ ਸਾਰੇ ਲੀਨੀਅਰ ਕੰਬੀਨੇਸ਼ਨਸ ਹੋਣੇ ਚਾਹੀਦੇ ਹਨ ਇਸ ਦਾ ਮਤਲਬ ਹੈ ਕਿ ਇਸ ਵਿੱਚ I ਸਪੈਨ S ਵੀ ਹੋਵੇਗਾ। ਅਤੇ ਇਹ ਖੁਦ ਸਾਨੂੰ ਦੱਸਦਾ ਹੈ ਕਿ ਸਪੈਨ S ਸਭ ਤੋਂ ਛੋਟੀ ਸਬ ਸਪੇਸ ਹੈ ਜਿਸ ਵਿੱਚ ਇਹ S ਹੁੰਦਾ ਹੈ ਕਿਉਂਕਿ ਹੋਰ ਕੋਈ ਵੀ ਚੀਜ਼ ਜਿਸ ਵਿੱਚ S ਹੁੰਦਾ ਹੈ ਉਸ ਵਿੱਚ ਸਪੈਨ ਵੀ ਹੁੰਦਾ ਹੈ। ਇਸ ਲਈ ਇਹ ਨਹੀਂ ਹੋ ਸਕਦਾ ਕਿ ਇਹ ਸਭ ਤੋਂ ਸਬ ਸਪੇਸ ਨਹੀਂ ਹੈ ਇਸ ਲਈ ਅਸੀਂ ਇੱਥੇ ਕੀ ਸਿੱਖਿਆ ਹੈ ਕਿ ਇਹ ਸਪੈਨ S ਜਿਸ ਨੂੰ ਤੁਸੀਂ ਵੈਕਟਰ ਸਪੇਸ ਤੋਂ ਕੋਈ ਵੀ ਵੈਕਟਰ ਲੈਂਦੇ ਹੋ ਅਤੇ ਇਹ ਇਹਨਾਂ ਵੈਕਟਰਸ ਦਾ ਸਪੈਨ ਹੁੰਦਾ ਹੈ ਇਹ ਵੈਕਟਰ V ਦਾ ਵੈਕਟਰ ਸਬ ਸਪੇਸ ਬਣਾਉਂਦਾ ਹੈ। ਅਤੇ ਇੱਕ ਹੋਰ ਹੈ ਜਿਸ ਨੂੰ ਸਪੈਨਿੰਗ ਸੈੱਟ ਕਿਹਾ ਜਾਂਦਾ ਹੈ ਤਾਂ ਇੱਥੇ ਸੈੱਟ ਨੂੰ ਸਪੈਨਿੰਗ ਕੀ ਕਿਹਾ ਜਾਂਦਾ ਹੈ V1 V2 3 Vn ਵੈਕਟਰ ਸਪੇਸ V ਦਾ ਸਪੈਨਿੰਗ ਸੈੱਟ ਬਣਾਉਣ ਲਈ ਸੈੱਟ ਕੀਤਾ ਗਿਆ ਹੈ। ਇਸ ਲਈ ਅਸੀਂ ਕਹਾਂਗੇ ਕਿ ਇਹ ਇਸ ਵੈਕਟਰ V ਦਾ ਇਹ ਸਪੈਨਿੰਗ ਸੈੱਟ ਹੈ। ਜੇਕਰ ਕਿਸੇ ਵੀ ਲਈ ਅਸੀਂ ਉਸ ਵੈਕਟਰ ਸਪੇਸ V ਤੋਂ ਕੋਈ ਐਲੀਮੈਂਟ ਲੈਂਦੇ ਹਾਂ ਤਾਂ ਇਸ α1 α2 αn ਦੇ ਸਕੇਲਰ ਐਗਜ਼ਿਸਟ ਹਨ ਜਿਵੇਂ ਕਿ ਸਾਡੇ ਕੋਲ V ਇਹਨਾਂ V ਦੇ ਇਸ ਲੀਨੀਅਰ ਕੰਬੀਨੇਸ਼ਨ ਦੇ ਇਕੁਅਲ ਹੈ। ਇਸ ਲਈ ਮੂਲ ਰੂਪ ਵਿੱਚ ਅਸੀਂ ਕਹਿੰਦੇ ਹਾਂ ਕਿ ਇਹ ਵੈਕਟਰ ਸਪੇਸ V ਦਾ ਇੱਕ ਸਪੈਨਿੰਗ ਸੈੱਟ ਹੈ। ਜੇਕਰ ਇਸ ਵੈਕਟਰ ਸਪੇਸ ਦਾ ਕੋਈ ਐਲੀਮੈਂਟ ਅਸੀਂ ਇਸ ਦਿੱਤੇ ਸੈੱਟ V ਦੇ ਇਹ ਲੀਨੀਅਰ ਕੰਬੀਨੇਸ਼ਨ ਵਜੋਂ ਲਿਖ ਸਕਦੇ ਹਾਂ ਜਾਂ ਦੂਜੇ ਸ਼ਬਦਾਂ ਵਿੱਚ ਜੋ ਅਸੀਂ ਇੱਥੇ ਲਿਖਿਆ ਹੈ V ਵਿੱਚ ਵੈਕਟਰ V1 V2 Vn ਨੂੰ ਸਪੈਨ V ਕਿਹਾ ਜਾਂਦਾ ਹੈ। ਜੇਕਰ V ਵਿੱਚ ਹਰ V ਵੈਕਟਰਸ ਦਾ ਇਹ ਲੀਨੀਅਰ ਕੰਬੀਨੇਸ਼ਨ ਹੈ V1 V2 V3 Vn ਅਤੇ ਇਸ ਲਈ ਇਹ ਸਪੈਨਿੰਗ ਸੈੱਟ ਬਹੁਤ ਮਹੱਤਵਪੂਰਨ ਹੈ। ਇੱਕ ਵਾਰ ਜਦੋਂ ਸਾਡੇ ਕੋਲ ਇਹ ਸਪੈਨਿੰਗ ਸੈੱਟ ਹੁੰਦਾ ਹੈ ਤਾਂ ਅਸੀਂ ਮੂਲ ਰੂਪ ਵਿੱਚ ਕਿਸੇ ਵੀ ਵੈਕਟਰ ਨੂੰ ਇਹਨਾਂ ਦੇ ਟਰਮਜ਼ ਵਿੱਚ ਜਾਂ ਇਹਨਾਂ ਦਿੱਤੇ ਗਏ ਵੈਕਟਰਸ ਦੇ ਇਹ ਲੀਨੀਅਰ ਕੰਬੀਨੇਸ਼ਨ ਵਿੱਚ ਇਹ ਵੈਕਟਰ ਸਪੇਸ ਨੂੰ ਲਿਖ ਸਕਦੇ ਹਾਂ। ਇਸ ਲਈ ਇੱਥੇ ਅਸੀਂ ਉਦਾਹਰਣ ਲਈ ਵੈਕਟਰ 1 0 0 0 1 0 ਅਤੇ 0 0 1 ਤੇ ਵਿਚਾਰ ਕਰ ਰਹੇ ਹਾਂ। ਇਹ ਫਾਰਮ R3 ਦੇ ਸਪੈਨਿੰਗ ਸੈੱਟ ਰਿਹਾ ਹੈ ਭਾਵ ਸਾਨੂੰ ਇਹ ਦਿਖਾਉਣਾ ਹੈ ਕਿ ਜੇਕਰ ਤੁਸੀਂ ਇਹਨਾਂ R3 ਵਿੱਚੋਂ ਕੋਈ ਵੀ ਐਲੀਮੈਂਟ ਲੈਂਦੇ ਹੋ ਤਾਂ ਇਸ R3 ਦਾ ਕੋਈ ਵੀ ਐਲੀਮੈਂਟ ਫਿਰ ਸਾਨੂੰ ਇਹਨਾਂ ਤਿੰਨਾਂ ਵੈਕਟਰਸ ਦੇ ਇਹ ਲੀਨੀਅਰ ਕੰਬੀਨੇਸ਼ਨ ਦੇ ਰੂਪ ਵਿੱਚ ਲਿਖਣ ਦੇ ਯੋਗ ਹੋਣਾ ਚਾਹੀਦਾ ਹੈ ਅਤੇ ਸਾਡਾ ਮਤਲਬ ਸਪੈਨਿੰਗ ਸੈੱਟ ਹੈ। ਤਾਂ ਚਲੋ ਜਾਂਚ ਕਰੀਏ ਕਿ ਇਹ 1 0 0 0 1 0 0 ਅਤੇ 0 0 1 ਵੈਕਟਰ ਸਪੇਸ R3 ਲਈ ਇੱਕ ਸਪੈਨਿੰਗ ਸੈੱਟ ਕਿਵੇਂ ਬਣਾਉਂਦਾ ਹੈ। ਇਸ ਲਈ ਕਿਸੇ ਵੀ ਵੈਕਟਰ ਲਈ ਇਸ ਲਈ ਅਸੀਂ ਇਸ V1 V2 V3 ਨੂੰ ਇੱਕ ਜਨਰਲ ਵੈਕਟਰ ਲੈਂਦੇ ਹਾਂ ਜਿਸ ਨੂੰ ਅਸੀਂ ਇਸ V1 V2 V3 ਦੁਆਰਾ ਦਰਸਾਇਆ ਹੈ। R3 ਤੋਂ ਕੋਈ ਵੀ ਵੈਕਟਰ ਹੋ ਸਕਦਾ ਹੈ ਅਸੀਂ V2 V3 ਤੇ ਸਾਡੇ ਤੇ ਕੁਝ ਵੀ ਪਾਬੰਦੀ ਨਹੀਂ ਲਗਾ ਰਹੇ ਹਾਂ। ਉਹ ਕੋਈ ਵੀ ਰੀਅਲ ਨੰਬਰ ਹੋ ਸਕਦੇ ਹਨ ਮਤਲਬ ਕਿ ਇਹ ਵੈਕਟਰ ਇਸ R3 ਨਾਲ ਸੰਬੰਧਿਤ ਹੈ ਅਤੇ ਇਹ ਜਨਰਲ ਵੈਕਟਰ ਹੈ। ਫਿਰ ਵੀ ਕੀ ਇਹ ਇਸ R3 ਤੋਂ ਕੋਈ ਵੀ ਵੈਕਟਰ ਹੋ ਸਕਦਾ ਹੈ ਅਤੇ ਅਸੀਂ ਹੁਣ ਕੀ ਕਰਾਂਗੇ ਜੋ ਸਾਨੂੰ ਕਰਨਾ ਚਾਹੀਦਾ ਹੈ। ਅਸੀਂ ਦਿਖਾਵਾਂਗੇ ਕਿ ਇਹ ਵੈਕਟਰ ਜੋ ਬਿਨਾਂ ਕਿਸੇ ਪਾਬੰਦੀ ਦੇ ਇਸ R3 ਤੋਂ ਇੱਕ ਜਨਰਲ ਵੈਕਟਰ ਹੈ। ਇਸ ਲਈ R3 ਤੋਂ ਕੋਈ ਵੀ ਵੈਕਟਰ ਅਸੀਂ ਇਹਨਾਂ ਦਿੱਤੇ ਗਏ ਵੈਕਟਰਸ ਦੇ ਇਹ ਲੀਨੀਅਰ ਕੰਬੀਨੇਸ਼ਨ ਵਜੋਂ ਲਿਖ ਸਕਦੇ ਹਾਂ ਅਤੇ ਇਹ ਇਸ ਮਾਮਲੇ ਵਿੱਚ ਮਾਮੂਲੀ ਕਿਉਂ ਹੈ। ਇਹ V1 V2 ਹੈ V3 ਅਤੇ ਸਟਰਕਚਰ ਇਸ ਨੂੰ ਕਿਹਾ ਜਾਂਦਾ ਹੈ
ਬਾਅਦ ਵਿੱਚ ਅਸੀਂ ਇੱਕ ਹੋਰ ਨਾਮ ਲੈ ਕੇ ਆਵਾਂਗੇ ਜਿਸਨੂੰ ਸਟੈਂਡਰਡ ਵੈਕਟਰ ਜਾਂ ਸਟੈਂਡਰਡ ਬੇਸਿਸ ਕਿਹਾ ਜਾਂਦਾ ਹੈ, ਜਿਸਨੂੰ ਤੁਸੀਂ ਬਾਅਦ ਵਿੱਚ ਇਹਨਾਂ ਪਰਿਭਾਸ਼ਾਵਾਂ ਤੇ ਵੇਖੋਗੇ। ਇਸ ਲਈ ਇੱਥੇ ਸਾਡੇ ਕੋਲ ਇੱਕ 0001 ਅਤੇ 001 ਹੈ। ਸਾਨੂੰ ਕੀ ਕਰਨ ਦੀ ਲੋੜ ਹੈ? ਸਾਨੂੰ ਇਸ ਪਹਿਲਾ ਵੈਕਟਰ ਨੂੰ ਨੰਬਰ v1 ਦੂਜਾ ਇੱਕ v2 ਅਤੇ ਤੀਜਾ ਇੱਕ v3 ਨਾਲ ਗੁਣਾ ਕਰਨ ਦੀ ਲੋੜ ਹੈ। ਅਤੇ ਜਿਵੇਂ ਕਿ ਅਸੀਂ ਸਪਸ਼ਟ ਤੌਰ ਤੇ ਦੇਖਦੇ ਹਾਂ ਕਿ ਇਹ ਪਹਿਲਾ ਕਾਲਮ ਹੈ ਅਤੇ ਇੱਥੇ ਵੀ ਇੱਕ ਨਾਲੇ ਸਾਡੇ ਕੋਲ 00 ਹੈ, ਇਸ ਲਈ ਮੂਲ ਰੂਪ ਵਿੱਚ ਇਹ ਦੋ ਵੀ ਇੱਕ ਜੋੜੋ। ਦੂਸਰਾ ਇੱਥੇ ਅਤੇ ਉੱਥੇ 0 ਵਿੱਚ ਸਿਰਫ ਵੀ ਦੂਜਾ ਆ ਜਾਣਗੇ ਅਤੇ ਤੀਜਾ ਵਿੱਚ ਜਦੋਂ ਅਸੀਂ ਸਿਰਫ ਵੀ 3 ਇੱਕ ਜੋੜੋ ਤਾਂ ਉੱਪਰ ਆ ਜਾਵੇਗਾ। ਇਸ ਲਈ ਇਹ ਇਸ ਵੈਕਟਰ ਸਪੇਸ R3 ਦਾ ਕੋਈ ਵੀ ਵੈਕਟਰ ਹੈ। ਅਸੀਂ ਇਹਨਾਂ ਵੈਕਟਰਸ ਦੇ ਇੱਕ ਲੀਨੀਅਰ ਕੰਬੀਨੇਸ਼ਨ ਦੇ ਰੂਪ ਵਿੱਚ ਲਿਖ ਸਕਦੇ ਹਾਂ ਇੱਕ ਵਾਰ 0010 ਅਤੇ 01 ਕਿ ਇਸ ਖਾਸ ਕੇਸ ਵਿੱਚ ਦੇਖਣ ਲਈ ਮਾਮੂਲੀ ਸੀ। ਇੱਥੇ ਅਸੀਂ ਇੱਕ ਹੋਰ ਉਦਾਹਰਣ ਇਹਨਾਂ ਵੈਕਟਰਸ ਬਾਰੇ ਗੱਲ ਕਰਾਂਗੇ 110 ਅਤੇ 11। ਇੱਥੇ ਸਾਰੇ ਇੱਕ ਹਨ ਤਾਂ 111 ਅਤੇ ਸਾਡੇ ਕੋਲ 110 ਹੈ ਅਤੇ ਅਸੀਂ ਇੱਥੇ 100 ਲਿਆ ਹੈ ਅਤੇ ਇਹ ਵੀ ਇਸ R3 ਦਾ ਇਹ ਸਪੈਨਿੰਗ ਸੈੱਟ ਬਣਾਉਂਦਾ ਹੈ। ਇਹ ਸਪੈਨਿੰਗ ਸੈੱਟ ਕਿਵੇਂ ਬਣਾਉਂਦਾ ਹੈ, ਇਸ ਲਈ ਅਸੀਂ ਪਹਿਲਾਂ ਹੀ ਇੱਕ ਉਦਾਹਰਣ ਵੇਖ ਚੁੱਕੇ ਹਾਂ ਜਿੱਥੇ ਵੈਕਟਰਸ ਨੂੰ 100 ਵਜੋਂ ਲਿਆ ਸੀ ਅਤੇ 010 ਅਤੇ 001 ਇਹ ਇੱਕ ਹੋਰ ਸੈੱਟ ਹੈ ਅਤੇ ਫਿਰ ਅਸੀਂ ਦੁਬਾਰਾ ਦਾਅਵਾ ਕਰ ਰਹੇ ਹਾਂ ਕਿ ਇਹਨਾਂ R3 ਦਾ ਇਹ ਫਾਰਮ ਸਪੈਨਿੰਗ ਸੈੱਟ ਇਸ ਲਈ ਕੁਦਰਤੀ ਤੌਰ ਤੇ ਇਹ ਸਪੈਨਿੰਗ ਸੈੱਟ ਯੂਨੀਕ ਨਹੀਂ ਹੈ। ਸਾਡੇ ਕੋਲ ਵੈਕਟਰਸ ਦਾ ਇਹ ਵੱਖਰਾ ਸੈੱਟ ਹੋ ਸਕਦਾ ਹੈ ਅਤੇ ਉਹ ਇੱਕੋ ਵੈਕਟਰ ਸਪੇਸ ਵਿੱਚ ਸਪੈਨ ਹੈ, ਇਸ ਲਈ ਇੱਥੇ ਇਹ ਇੱਕ ਹੋਰ ਉਦਾਹਰਣ ਹੈ ਜਿੱਥੇ ਅਸੀਂ ਦੇਖਾਂਗੇ ਕਿ ਇਹ ਸੈੱਟ R3 ਨੂੰ ਵੀ ਫੈਲਾ ਸਕਦਾ ਹੈ, ਭਾਵ ਇਸ R3 ਦੇ ਕਿਸੇ ਵੀ ਐਲੀਮੈਂਟ ਨੂੰ ਅਸੀਂ ਇਹਨਾਂ ਤਿੰਨਾਂ ਵੈਕਟਰਸ ਦੇ ਇਹ ਲੀਨੀਅਰ ਕੰਬੀਨੇਸ਼ਨ ਦੇ ਰੂਪ ਵਿੱਚ ਲਿਖ ਸਕਦੇ ਹਾਂ। ਇਸ ਨੂੰ ਦੇਖਣ ਲਈ ਅਸੀਂ ਇੱਥੇ ਇਸ R3 ਤੋਂ ਜਨਰਲ ਵੈਕਟਰ v1 v2 v3 ਲਵਾਂਗੇ ਅਤੇ ਅਸੀਂ ਇਸ v1 v2 v3 ਨੂੰ ਦਿੱਤੇ ਗਏ ਵੈਕਟਰਸ ਦੇ ਲੀਨੀਅਰ ਕੰਬੀਨੇਸ਼ਨ ਵਜੋਂ ਲਿਖਣ ਦੀ ਕੋਸ਼ਿਸ਼ ਕਰਾਂਗੇ, ਮਤਲਬ ਕਿ ਲੈਂਬਡਾ 1 ਟਾਈਮਸ ਇਸ ਪਹਿਲਾ ਵੈਕਟਰ ਲੈਂਬਡਾ 2 ਦੂਜਾ ਵੈਕਟਰ ਲੈਂਬਡਾ 3 ਤੀਜਾ ਵੈਕਟਰ ਲੈਂਬਡਾ। ਹੁਣ ਸਵਾਲ ਇਹ ਹੈ ਕਿ ਕੀ ਅਸੀਂ ਇੱਥੇ ਲੀਨੀਅਰ ਕੰਬੀਨੇਸ਼ਨ ਦੇ ਤੌਰ ਤੇ ਲਿਖ ਸਕਦੇ ਹਾਂ, ਕਿਉਂਕਿ ਇੱਥੇ ਪਹਿਲਾਂ ਦੇ ਕੇਸ ਵਾਂਗ ਦੇਖਣਾ ਮਾਮੂਲੀ ਨਹੀਂ ਹੈ, ਹਾਲਾਂਕਿ ਮੁਸ਼ਕਲ ਵੀ ਨਹੀਂ ਹੈ। ਇਸ ਲਈ ਅਸੀਂ ਦੁਬਾਰਾ ਕੀ ਕਰੀਏ, ਅਸੀਂ ਇਹਨਾਂ ਤਿੰਨਾਂ ਸਮੀਕਰਨਾਂ ਨੂੰ ਹੱਲ ਕਰਾਂਗੇ। ਸਿਸਟਮ ਆਫ ਇਕੁਏਸ਼ਨਸ ਪਹਿਲਾ ਇਕੁਏਸ਼ਨ ਹੈ ਲੈਂਬਡਾ 1 ਪਲੱਸ ਲੈਂਬਡਾ 2 ਪਲੱਸ ਲੈਂਬਡਾ 3 ਦੂਜਾ ਇਕੁਏਸ਼ਨ ਹੈ ਲੈਂਬਡਾ 1 ਜੋੜ ਲੈਂਬਡਾ 2 ਤੀਜਾ ਇਕੁਏਸ਼ਨ ਹੈ ਸਿਰਫ ਲੈਂਬਡਾ 1 ਇਕੁਅਲ ਵੀ 3 ਹੈ। ਇਸ ਲਈ ਅਸਲ ਵਿੱਚ ਇਸ ਰੋ ਰਿਡਿਊਸ ਐਸ਼ਲੋਨ ਫਾਰਮ ਨੂੰ ਘਟਾਏ ਬਿਨਾਂ ਅਸੀਂ ਸਿੱਧੇ ਤੌਰ ਤੇ ਇਸ ਇਕੁਏਸ਼ਨ ਨੂੰ ਵੀ ਹੱਲ ਕਰ ਸਕਦੇ ਹਾਂ। ਸਾਨੂੰ ਅਜਿਹਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਇਕੁਏਸ਼ਨ ਤੀਜਾ ਇਕੁਏਸ਼ਨ ਦੱਸਦੀ ਹੈ ਕਿ ਲੈਂਬਡਾ 1 ਇਕੁਅਲ 2 ਵੀ 3 ਹੈ। ਇਸ ਲਈ ਇੱਥੋਂ ਹੀ ਸਾਨੂੰ ਸਿੱਧਾ ਜਵਾਬ ਮਿਲਦਾ ਹੈ ਕਿ ਲੈਂਬਡਾ 1 ਵੀ 3 ਦੇ ਬਰਾਬਰ ਹੈ। ਹੁਣ ਤੁਸੀਂ ਦੂਜਾ ਇਕੁਏਸ਼ਨ ਲਓ ਜੋ ਦੱਸਦਾ ਹੈ ਕਿ R ਸਟੈਟਿਕਸ ਲੈਂਬਡਾ 1 ਅਤੇ ਪਲੱਸ ਲੈਂਬਡਾ 2 ਇਕੁਅਲ ਵੀ 2 ਹੈ। ਇਸ ਲਈ ਇੱਥੋਂ ਅਸੀਂ ਇਸ ਲੈਂਬਡਾ 2 ਨੂੰ ਵੀ 2 ਮਾਈਨਸ ਵੀ 3 ਪ੍ਰਾਪਤ ਕਰਾਂਗੇ। ਇਸ ਲਈ ਦੂਜਾ ਇਕੁਏਸ਼ਨ ਲੈਂਬਡਾ 2 ਨੂੰ ਵੀ 2 ਮਾਈਨਸ ਵੀ 3 ਦੇਵੇਗੀ ਅਤੇ ਇਸ ਇਕੁਏਸ਼ਨ ਨੰਬਰ 1 ਤੋਂ ਜੋ ਕਿ ਲੈਂਬਡਾ 1 ਪਲੱਸ ਲੈਂਬਡਾ 2 ਪਲੱਸ ਲੈਂਬਡਾ 3 ਇਕੁਅਲ ਕਰਾਂਗੇ ਵੀ 1 ਹੈ ਤਾਂ ਲੈਂਬਡਾ 3 ਵੀ 1 ਮਾਈਨਸ ਹੋਵੇਗਾ। ਇਹ ਲੈਂਬਡਾ 1 ਜੋ ਵੀ 3 ਹੈ ਦਾ ਅਰਥ ਹੈ ਲੈਂਬਡਾ 2 ਜੋ ਇੱਥੇ ਦਿੱਤਾ ਗਿਆ ਹੈ, ਕਿਉਂਕਿ ਇਹ ਲੈਂਬਡਾ 2 ਹੈ ਅਤੇ ਇਹ ਲੈਂਬਡਾ 1 ਹੈ ਅਤੇ ਇਹ ਗੋਜ਼ ਟੂ ਰਾਈਟ ਹੈਂਡ ਸਾਈਡ। ਇਸ ਲਈ ਇਸ ਪਹਿਲਾ ਇਕੁਏਸ਼ਨ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਲੈਂਬਡਾ 3 ਇਕੁਅਲ ਵੀ 1 ਅਤੇ ਮਾਈਨਸ ਇਹ ਵੀ 2। ਇਸ ਲਈ ਇੱਥੇ ਵੀ ਸਾਨੂੰ ਵੀ 1 ਮਿਲਿਆ ਹੈ, ਇਸ ਲਈ ਇੱਥੇ ਲੈਂਬਡਾ 1 ਸਿਰਫ ਵੀ 3 ਦਾ ਹੈ, ਲੈਂਬਡਾ 2 ਸਾਨੂੰ ਵੀ 2 ਮਾਈਨਸ ਇਸ ਵੀ 3 ਨੂੰ ਲੈਣ ਦੀ ਲੋੜ ਹੈ ਅਤੇ ਇਹ ਲੈਂਬਡਾ 3 ਸਾਨੂੰ ਵੀ 1 ਮਾਈਨਸ ਵੀ 2 ਲੈਣ ਦੀ ਜ਼ਰੂਰਤ ਹੈ। ਇਸ ਲਈ ਸਾਨੂੰ ਇੱਥੇ ਇਹ ਲੀਨੀਅਰ ਕੰਬੀਨੇਸ਼ਨ ਮਿਲਿਆ ਹੈ ਕਿ ਇਹ ਕੋਈ ਵੀ ਵੈਕਟਰ v1 v2 v3 ਅਸੀਂ ਇਹਨਾਂ ਦਿੱਤੇ ਗਏ ਵੈਕਟਰਾਂ ਦੇ ਇਹ ਲੀਨੀਅਰ ਕੰਬੀਨੇਸ਼ਨ ਦੇ ਰੂਪ ਵਿੱਚ ਇਹਨੂੰ ਇਸ ਰੂਪ ਵਿੱਚ ਲਿਖ ਸਕਦੇ ਹਾਂ ਕਿ v3 ਪਹਿਲਾ ਵੈਕਟਰ v2 ਮਾਈਨਸ v3 ਦੂਜਾ ਵੈਕਟਰ ਅਤੇ v1 ਮਾਈਨਸ v2 ਇਹ ਤੀਜਾ ਵੈਕਟਰ। ਇਸ ਲਈ ਅਸੀਂ ਦੁਬਾਰਾ ਇਸ ਉਦਾਹਰਣ ਵਿੱਚ ਦੇਖਿਆ ਹੈ ਕਿ ਇਹ ਇੱਥੇ ਪਹਿਲਾਂ ਦੀ ਉਦਾਹਰਣ ਨਾਲੋਂ ਇਹ ਵੱਖਰਾ ਸੈੱਟ ਸੀ, ਪਰ ਦੁਬਾਰਾ ਇਹ ਇਸ R3 ਦਾ ਵੀ ਸਪੈਨਿੰਗ ਸੈੱਟ ਹੈ। ਇਸ ਲਈ ਸਾਡੇ ਕੋਲ ਹੁਣ
ਕੀ ਹੈ ਸਾਡੇ ਕੋਲ ਇਹ ਉਦਾਹਰਣ ਨੰਬਰ 3 ਹੈ ਜਿੱਥੇ ਅਸੀਂ ਹੁਣ ਦਿਖਾਵਾਂਗੇ ਕਿ ਅਸੀਂ ਪਿਛਲੀ ਉਦਾਹਰਣ ਤੋਂ ਲਿਆ ਹੈ ਹਾਂ ਤਾਂ ਇਹ ਵੈਕਟਰ 1 1 1 1 1 1 0 ਅਤੇ 1 0 0 ਇਹ ਪਿਛਲੀ ਉਦਾਹਰਣ ਤੋਂ ਹਨ ਅਤੇ ਅਸੀਂ ਇੱਕ ਹੋਰ ਲਿਆ ਹੈ ਕਿ 1 0 0 1 0 1 ਨੂੰ ਇੱਕ ਹੋਰ ਵੈਕਟਰ ਜੋੜਿਆ ਹੈ ਹੁਣ ਇੱਥੇ ਸਾਡਾ ਸੈੱਟ ਵੱਡਾ ਹੈ ਅਤੇ ਹੁਣ ਫਿਰ ਇਹ R3 ਦਾ ਇਹ ਸਪੈਨਿੰਗ ਸੈੱਟ ਵੀ ਬਣਾਉਂਦਾ ਹੈ ਜੋ ਅਸੀਂ ਹੁਣ ਦੇਖਾਂਗੇ ਇਸ ਲਈ ਮੌਜੂਦਾ ਸੈੱਟ ਅਤੇ ਅਸੀਂ ਇਸ ਵੈਕਟਰ ਨੂੰ 1 0 1 ਹੋਰ ਜੋੜਿਆ ਹੈ ਅਤੇ ਇਸ ਇੱਕ ਸਪੈਨਿੰਗ ਸੈੱਟ ਵੀ ਬਣਾ ਰਿਹਾ ਹੈ ਤਾਂ ਜੋ ਤੁਹਾਡੇ ਕੋਲ ਸਪੈਨਿੰਗ ਸੈੱਟ ਵਿੱਚ ਅਸਲ ਵਿੱਚ ਵੱਖ-ਵੱਖ ਐਲੀਮੈਂਟਸ ਹੋ ਸਕਣ ਆਈ ਮਤਲਬ ਹੈ ਕਿ ਸੈੱਟ ਵਿੱਚ ਵੀ ਕਾਫੀ ਵੱਖਰੇ ਤੱਤ ਹਨ ਇਸ ਲਈ ਇੱਥੇ ਅਸੀਂ ਦੇਖਾਂਗੇ ਕਿ ਇਹ ਇੱਕ ਸਪੈਨਿੰਗ ਸੈੱਟ ਕਿਵੇਂ ਬਣਦਾ ਹੈ ਇਸ ਲਈ ਕਿਸੇ ਵੀ ਜਨਰਲ ਵੈਕਟਰ v1 v2 v3 ਲਈ ਸਾਨੂੰ ਇਸ ਲੀਨੀਅਰ ਕੰਬੀਨੇਸ਼ਨ ਨੂੰ ਦੁਬਾਰਾ ਕੀ ਕਰਨਾ ਪਵੇਗਾ ਕਿ ਕੀ ਅਸੀਂ ਇਸ v1 v2 v3 ਨੂੰ ਲਿਖ ਸਕਦੇ ਹਾਂ ਇਹਨਾਂ ਚਾਰ ਵੈਕਟਰਸ ਦੇ ਇਹ ਲੀਨੀਅਰ ਕੰਬੀਨੇਸ਼ਨ ਦੇ ਰੂਪ ਵਿੱਚ ਇਸ ਲਈ ਸਾਡੇ ਕੋਲ ਇਹ ਚਾਰ ਲੈਂਬਡਾ ਹੁਣ ਲੈਂਬਡਾ 1 ਲੈਂਬਡਾ 2 ਲੈਂਬਡਾ 3 ਪਲੱਸ ਲੈਂਬਡਾ 4 ਹਨ ਇਸ ਲਈ ਸਾਡੇ ਕੋਲ ਦੁਬਾਰਾ 3 ਇਕੁਏਸ਼ਨ ਹਨ ਪਰ ਉਹ ਅਗਿਆਤ ਲਈ ਹਨ ਅਗਿਆਤ ਲੈਂਬਡਾ ਹਨ ਅਤੇ ਸਾਡੇ ਕੋਲ 3 ਇਕੁਏਸ਼ਨ ਹਨ ਪਹਿਲਾ ਸਵਾਲ ਇਹ ਹੈ ਕਿ ਇਹਨਾਂ ਸਾਰੇ ਲੈਂਬਡਾ ਦਾ ਜੋੜ ਇਕੁਅਲ ਹੈ v1 ਦੂਜਾ 1 ਲੈਂਬਡਾ 1 ਪਲੱਸ ਲੈਂਬਡਾ 2 ਇਕੁਅਲ ਹੈ v2 ਅਤੇ ਤੀਜਾ ਇਕੁਏਸ਼ਨ ਤੋਂ ਸਾਡੇ ਕੋਲ ਇਹ ਲੈਂਬਡਾ 1 ਪਲੱਸ ਲੈਂਬਡਾ 4 ਇਕੁਅਲ ਹੈ v3 ਤਾਂ ਇਹ ਤਿੰਨ ਇਕੁਏਸ਼ਨਸ ਹੋਣ ਅਤੇ ਫਿਰ ਚਾਰ ਅਗਿਆਤ ਅਸੀਂ ਦੁਬਾਰਾ ਕਰਾਂਗੇ ਇਸ ਵਧੇ ਆਗਮੈਂਟਡ ਮੈਟ੍ਰਿਕਸ ਦਾ ਸੈੱਟ ਤਾਂ ਹੁਣ ਸਾਡਾ ਆਗਮੈਂਟਡ ਮੈਟ੍ਰਿਕਸ ਇੱਥੇ ਇਹ ਕਾਲਮ ਇਹ ਵੈਕਟਰ ਹੋਣਗੇ ਇੱਥੇ 1 1 1 1 0 ਅਤੇ 1 0 0 ਅਤੇ 1 0 1 ਰਾਈਟ ਹੈਂਡ ਸਾਈਡ v1 v2 ਅਤੇ ਇਹ v3 ਇਸ ਲਈ ਇਹ ਆਗਮੈਂਟਡ ਮੈਟ੍ਰਿਕਸ ਅਸੀਂ ਇਸ ਨੂੰ ਇਸ ਐਸ਼ਲੋਨ ਫਾਰਮ ਤੱਕ ਰਿਡਿਊਸ ਹਾਂ ਜੋ ਕਿ I ਦੁਬਾਰਾ ਇੱਥੇ ਬਹੁਤ ਸਰਲ ਹੈ ਇਹ ਪਹਿਲਾ ਬਣਿਆ ਰਹੇਗਾ ਜਿਵੇਂ ਕਿ ਇਹ ਵੀ 1 ਹੈ ਅਤੇ ਫਿਰ ਇੱਥੇ ਅਸੀਂ ਇਸ ਨੂੰ 0 ਬਣਾਵਾਂਗੇ ਤਾਂ ਰੋ 1 ਨੂੰ ਸਬਟ੍ਰੈਕਟ ਤਾਂ ਇਹ ਵੀ 0 ਹੈ ਇਹ -1 ਹੈ ਅਤੇ ਫਿਰ ਸਾਡੇ ਕੋਲ ਵੀ 2 -1 ਹੈ ਇੱਥੇ ਅਸੀਂ ਇਸ ਨੂੰ ਸਬਟ੍ਰੈਕਟ ਤਾਂ ਸਾਨੂੰ ਇਹ 0 ਅਤੇ ਵੀ 3 ਮਾਈਨਸ ਇਹ ਵੀ 1 ਮਿਲੇਗਾ ਇਸ ਲਈ ਹੁਣ ਅਸੀਂ ਇਹਨਾਂ ਨੂੰ ਦੋ ਕਤਾਰਾਂ ਬਦਲ ਸਕਦੇ ਹਾਂ ਅਤੇ ਅੰਤ ਵਿੱਚ ਸਾਨੂੰ ਇਹ ਰੋ ਘਟਾਇਆ ਹੋਇਆ ਰੂਪ ਮਿਲੇਗਾ ਇਸ ਲਈ ਸਾਡੇ ਕੋਲ ਇਹ ਘਟਾਇਆ ਹੋਇਆ ਰੂਪ ਹੈ ਅਤੇ ਹੁਣ ਅਸੀਂ ਇਸ ਘਟੇ ਹੋਏ ਰੂਪ ਤੋਂ ਕੀ ਦੇਖਾਂਗੇ ਕਿ ਕੀ ਸਾਨੂੰ ਅਜਿਹੇ ਲੈਂਬਡਾਸ ਮਿਲ ਸਕਦੇ ਹਨ ਜਾਂ ਅਸੀਂ ਹੁਣ ਅਜਿਹੇ ਲੈਂਬਡਾਸ ਪ੍ਰਾਪਤ ਨਹੀਂ ਕਰ ਸਕਦੇ ਇਸ ਲਈ ਇਸ ਧਰੁਵੀ ਤੱਤਾਂ ਤੇ ਦੁਬਾਰਾ ਵਾਪਸ ਜਾਣਾ ਪਹਿਲਾ ਕਾਲਮ ਵਿੱਚ ਇੱਕ ਧਰੁਵੀ ਦੂਜਾ ਕਾਲਮ ਵਿੱਚ ਇਹ ਪਿਵਟ ਐਲੀਮੈਂਟ ਵੀ ਹੈ ਅਤੇ ਤੀਜਾ ਕਾਲਮ ਵਿੱਚ ਇਹ ਪਿਵਟ ਐਲੀਮੈਂਟ ਵੀ ਹੈ ਸਾਡੇ ਕੋਲ 3 ਪਿਵਟ ਐਲੀਮੈਂਟ ਹਨ ਅਤੇ ਇੱਥੇ ਸਾਡੇ ਕੋਲ ਇਹ ਪਿਵਟ ਐਲੀਮੈਂਟ ਨਹੀਂ ਹੈ ਇਹ ਪਿਵਟ ਐਲੀਮੈਂਟ ਨਹੀਂ ਹੈ ਇਸ ਲਈ ਇਹ ਲੈਂਬਡਾ ਇਸ 4 ਨਾਲ ਅਨੁਸਾਰੀ ਤਾਂ ਲੈਂਬਡਾ 4 ਇੱਕ ਫਰੀ ਵੇਰੀਏਬਲ ਹੈ ਇਸ ਲਈ ਲੈਂਬਡਾ 4 ਇੱਕ ਫਰੀ ਵੇਰੀਏਬਲ ਹੈ ਅਤੇ ਹੋਰ ਸਾਰੇ ਲੈਂਬਡਾ ਇਸ ਲੈਂਬਡਾ 4 ਦੀ ਇਸ ਚੋਣ ਤੇ ਨਿਰਭਰ ਕਰਨਗੇ ਇਸ ਲਈ ਹੁਣ ਸਾਨੂੰ ਕੀ ਮਿਲਦਾ ਹੈ ਤਾਂ ਸਵਾਲ ਇਹ ਹੈ ਕਿ ਕੀ ਉਸਨੇ ਇਸ ਸਵਾਲ ਦਾ ਜਵਾਬ ਦਿੱਤਾ ਕਿ ਸਾਡੇ ਕੋਲ ਅਜਿਹੇ ਲੈਂਬਡਾ ਹਨ ਜੋ ਇਸ v1 v2 v3 ਨੂੰ ਜੋੜੋ ਅਤੇ ਅਸਲ ਵਿੱਚ ਹੁਣ ਇਸ ਮਾਮਲੇ ਵਿੱਚ ਸਾਡੇ ਕੋਲ ਬਹੁਤ ਸਾਰੇ ਵਿਕਲਪ ਹਨ ਸਾਡੇ ਕੋਲ ਇਹਨਾਂ ਲੈਂਬਡਾਸ ਲਈ ਇਸ v1 v2 v3 ਦੇਣ ਲਈ ਬਹੁਤ ਸਾਰੇ ਵਿਕਲਪ ਹਨ ਇਹ ਯੂਨੀਕ ਨਹੀਂ ਹੈ ਹੁਣ ਇਹ ਪ੍ਰਤੀਨਿਧਤਾ ਯੂਨੀਕ ਨਹੀਂ ਹੈ ਜਦੋਂ ਕਿ ਪਹਿਲਾਂ ਦੇ ਕੇਸਾਂ ਵਿੱਚ ਇਸ ਐਸ਼ਲੋਨ ਫਾਰਮ ਨੂੰ ਕਰਦੇ ਸਮੇਂ ਇੱਕ ਨੇੜਿਓਂ ਦੇਖਿਆ ਜਾ ਸਕਦਾ ਹੈ ਤਾਂ ਜੋ ਸਾਨੂੰ ਕੀ ਮਿਲੇਗਾ ਸਾਨੂੰ ਇਹ ਕਾਲਮ ਨਹੀਂ ਮਿਲੇਗਾ ਉਦਾਹਰਣ ਵਜੋਂ ਜੇਕਰ ਅਸੀਂ ਇਹਨਾਂ ਤਿੰਨ ਉਦਾਹਰਣਾਂ ਨਾਲ ਕੰਸੀਡਰ ਕਰੀਏ ਇਸ ਲਈ ਅਸੀਂ ਇਹ ਪ੍ਰਾਪਤ ਕਰਾਂਗੇ ਹਰ ਇੱਕ ਕਾਲਮ ਦਾ ਇੱਥੇ ਇੱਕ ਧਰੁਵ ਹੋਵੇਗਾ ਅਤੇ ਇਹ ਉਸ ਕੇਸ ਵਿੱਚ ਇਹਨਾਂ ਅਗਿਆਤ ਲੋਕਾਂ ਦੀ ਸੰਖਿਆ ਦੇ ਇਕੁਅਲ ਹੋਵੇਗਾ ਅਤੇ ਸਾਨੂੰ ਇਹ ਯੂਨੀਕ ਪ੍ਰਤੀਨਿਧਤਾ ਮਿਲੇਗੀ ਇਸ ਲਈ ਪਹਿਲਾਂ ਦੀ ਉਦਾਹਰਣ ਜਦੋਂ ਸਾਡੇ ਕੋਲ ਇਹ ਵੈਕਟਰ ਨਹੀਂ ਸੀ ਸਾਡੇ ਕੋਲ ਦਿੱਤੇ ਵੈਕਟਰਸ ਦੇ ਟਰਮਜ਼ ਵਿੱਚ ਇਸ v1 v2 v3 ਦੀਆਂ ਯੂਨੀਕ ਪ੍ਰਤੀਨਿਧਤਾਵਾਨ ਹਨ ਪਰ ਹੁਣ ਕੀ ਹੋਇਆ ਇਸ ਕੇਸ ਵਿੱਚ ਸਾਡੇ ਕੋਲ ਇਹ ਯੂਨੀਕ ਪ੍ਰਤੀਨਿਧਤਾ ਹੈ ਪਰ ਅਸੀਂ ਪ੍ਰਸਤੁਤ ਕਰ ਸਕਦੇ ਹਾਂ ਅਸੀਂ ਇਹਨਾਂ ਦਿੱਤੇ ਗਏ 4 ਵੈਕਟਰਸ ਦੇ ਟਰਮਜ਼ ਵਿੱਚ ਇਸ R3 ਤੋਂ ਕਿਸੇ ਵੀ ਵੈਕਟਰ ਨੂੰ ਲਿਖ ਸਕਦੇ ਹਾਂ ਇਸ ਲਈ ਅਸਲ ਵਿੱਚ ਇਹ ਸਪੈਨਿੰਗ ਸੈੱਟ ਹੈ ਜੋ ਪਹਿਲੀ ਉਦਾਹਰਣ ਤੋਂ ਇੱਥੇ ਇਸ ਉਦਾਹਰਣ ਵਿੱਚ ਫਰਕ ਸਿਰਫ ਇਹ ਹੈ ਕਿ ਸਾਡੇ ਕੋਲ ਇੱਕ ਗੈਰ ਯੂਨੀਕ ਪ੍ਰਤੀਨਿਧਤਾ ਹੈ ਜੋ ਸਾਨੂੰ ਹੁਣ ਲੈਂਬਡਾ 4 ਦੀ ਚੋਣ ਕਰਨੀ ਪਵੇਗੀ ਅਤੇ ਫਿਰ ਲੈਂਬਡਾ 1 ਲੈਂਬਡਾ
2 ਲੈਂਬਡਾ 3 ਦੀ ਕੰਪਿਊਟ ਕਰਨੀ ਪਵੇਗੀ। ਸਾਡੇ ਕੋਲ ਅਸਲ ਵਿੱਚ ਹੁਣ ਬਹੁਤ ਸਾਰੇ ਹੱਲ ਹਨ, ਇਸ ਲਈ ਇਹ ਪਹਿਲਾ 2 ਉਦਾਹਰਨਾਂ ਵਿੱਚ ਇਹ ਗੈਰ ਵਿਲੱਖਣ ਪ੍ਰਤੀਨਿਧਤਾ ਹੈ, ਸਾਡੇ ਕੋਲ ਇੱਕ ਯੂਨੀਕ ਪ੍ਰਤੀਨਿਧਤਾ ਹੈ। ਇਸ ਲਈ ਇੱਥੇ ਫਰਕ ਸੀ, ਹੁਣ ਇਸ ਕੇਸ ਵਿੱਚ ਸਾਡੇ ਕੋਲ ਇਹ ਗੈਰ ਯੂਨੀਕ ਪ੍ਰਤੀਨਿਧਤਾ ਹੈ, ਜੋ ਇਸ ਉਦਾਹਰਣ 4 ਵਿੱਚ ਵਾਪਸ ਆ ਰਿਹਾ ਹੈ। ਅਸੀਂ ਦੁਬਾਰਾ ਦੇਖਾਂਗੇ ਕਿ ਸਾਡੇ ਇੱਥੇ 3 ਵੈਕਟਰ ਹਨ, 1 2 3 1 3 5 ਅਤੇ ਜਦੋਂ 1 5 9 ਇਹ 3 ਵੱਖ-ਵੱਖ ਵੈਕਟਰ ਹਨ। ਇਸ ਲਈ ਪਰ ਉਹ ਉਦਾਹਰਣ ਵਿੱਚ 1 ਅਤੇ ਉਦਾਹਰਣ 2 ਵਿੱਚ R3 ਦਾ ਸਪੈਨ ਨਹੀਂ ਕਰਦੇ ਹਨ। ਸਾਡੇ ਕੋਲ 3 ਵੈਕਟਰ ਹਨ ਅਤੇ ਉਹ ਸਪੈਨ R3 ਦਾ ਮਤਲਬ R3 ਦਾ ਕੋਈ ਵੀ ਵੈਕਟਰ ਹੈ। ਅਸੀਂ ਉਹਨਾਂ ਦਿੱਤੇ ਗਏ ਵੈਕਟਰਸ ਦੇ ਟਰਮਜ਼ ਵਿੱਚ ਲਿਖ ਸਕਦੇ ਹਾਂ। ਇਸ ਲਈ ਉਦਾਹਰਣ ਵਿੱਚ 1 ਸਾਡੇ ਕੋਲ ਇਹ ਹੈ। ਇਹ ਸੈਟ ਇੱਥੇ 1 0 0 ਅਤੇ 0 1 0 ਹੈ ਅਤੇ ਫਿਰ ਸਾਡੇ ਕੋਲ 0 0 1 ਹੈ। ਇਸ ਲਈ ਇਹ ਉਦਾਹਰਣ 1 ਤੋਂ 3 ਵੈਕਟਰ ਸਨ। ਉਦਾਹਰਣ 2 I ਅਨੁਮਾਨ ਹੈ ਕਿ ਇਹ 1 ਸੀ 1 1 ਅਤੇ ਫਿਰ 1 1 0 ਅਤੇ ਫਿਰ ਸਾਡੇ ਕੋਲ 1 0 0 ਸੀ। ਇਸ ਲਈ ਇਹ ਉਦਾਹਰਣ ਨੰਬਰ 2 ਤੋਂ ਸੀ। ਇਸ ਲਈ ਇਹਨਾਂ ਦੇ ਨਾਲ ਭਾਵੇਂ ਇਹਨਾਂ ਕੋਲ R3 ਤੋਂ 3 ਵੱਖ-ਵੱਖ ਐਲੀਮੈਂਟ ਹਨ, ਇਸ ਸਪੈਨ ਨਾਲ ਉਹ ਸਪੈਨ R3 ਦਾ ਮਤਲਬ R3 ਦਾ ਕੋਈ ਵੀ ਐਲੀਮੈਂਟ ਅਸੀਂ ਇਹਨਾਂ ਵੈਕਟਰਸ ਦੇ ਰੂਪ ਵਿੱਚ ਜਾਂ ਇਹਨਾਂ ਵੈਕਟਰਸ ਦੇ ਟਰਮਜ਼ ਵਿੱਚ ਲਿਖ ਸਕਦੇ ਹਾਂ। ਪਰ ਹੁਣ ਇਸ ਮਾਮਲੇ ਵਿੱਚ ਅਸੀਂ ਕੀ ਦੇਖਾਂਗੇ ਕਿ ਇਹ ਸੰਭਵ ਨਹੀਂ ਹੈ ਕਿ ਤੁਸੀਂ R3 ਵਿੱਚੋਂ ਕੋਈ 3 ਐਲੀਮੈਂਟ ਲਓ ਅਤੇ ਇਹ ਸਪੈਨਿੰਗ ਸੈਟ ਬਣਾਏਗਾ। ਕਿ ਇਸ ਦੀ ਜਾਂਚ ਕਿਵੇਂ ਕੀਤੀ ਜਾਵੇ, ਅਸੀਂ ਇੱਥੇ ਜਨਰਲ ਵੈਕਟਰ v1 v2 v3 ਨੂੰ ਆਮ ਵਾਂਗ ਲਵਾਂਗੇ ਅਤੇ ਅਸੀਂ ਇਸ v ਉੱਤੇ v2 v3 ਨੂੰ ਇਸ ਲੈਂਬਡਾ 1 ਲੈਂਬਡਾ 2 ਦੇ ਟਰਮਜ਼ ਵਿੱਚ ਲਿਖਣ ਦੀ ਕੋਸ਼ਿਸ਼ ਕਰਾਂਗੇ ਅਤੇ ਲੈਂਬਡਾ 3 ਤਾਂ ਲੈਂਬਡਾ 1 ਪਹਿਲਾ ਵੈਕਟਰ ਨਾਲ ਲੈਂਬਡਾ 2 ਦੂਜਾ ਵੈਕਟਰ ਲੈਂਬਡਾ 3 ਵਿੱਚ ਇਸ ਤੀਜਾ ਵੈਕਟਰ ਨਾਲ 1 5 9। ਇਸ ਲਈ ਇਸ ਨੂੰ ਲੈਂਬਡਾਸ ਦੇ ਟਰਮਜ਼ ਵਿੱਚ ਲਿਖ ਰਿਹਾ ਹਾਂ। ਸਾਡੇ ਕੋਲ ਵੈਕਟਰ ਔਗਮੈਂਟਡ ਮੈਟ੍ਰਿਕਸ ਹੈ। ਹੁਣ ਕੋਐਫੀਸ਼ੀਐਂਟ ਮੈਟ੍ਰਿਕਸ, ਇਸ ਲਈ ਇਹ 1 2 3 ਅਤੇ 1 3 5 ਅਤੇ 1 5 5। ਰਾਈਟ ਹੈਂਡ ਸਾਈਡ ਵੀ 1 ਵੀ 2 ਅਤੇ ਵੀ 3 ਸਾਨੂੰ ਐਸ਼ਲੋਨ ਫੋਰਮ ਵਿੱਚ ਘਟਾਉਣ ਦੀ ਲੋੜ ਹੈ ਤਾਂ ਜੋ ਅਸੀਂ ਇਸ ਨੂੰ 2 ਟਾਈਮਸ ਵਿੱਚ ਗੁਣਾ ਕਰਕੇ ਅਤੇ ਇੱਥੇ 0 ਨੂੰ ਘਟਾ ਕੇ 0 ਬਣਾ ਸਕੀਏ ਅਤੇ ਫਿਰ ਅਸੀਂ ਇੱਥੇ 1 ਪ੍ਰਾਪਤ ਕਰਾਂਗੇ ਅਤੇ ਫਿਰ 3 ਪ੍ਰਾਪਤ ਕਰਾਂਗੇ ਅਤੇ ਫਿਰ ਵੀ 2 2 ਵੀ 1 ਅਤੇ ਫਿਰ ਸਾਨੂੰ ਇਸ ਕੇਸ ਲਈ ਬਾਅਦ ਵਿੱਚ ਇਹ ਮੈਨੀਪਿਊਲੇਸ਼ਨ ਵੀ ਕਰਨੀ ਪਵੇਗੀ ਤਾਂ ਜੋ ਤੁਹਾਨੂੰ ਪਹਿਲਾ ਰੋ ਦਾ ਵਿਚਾਰ ਦਿੱਤਾ ਜਾ ਸਕੇ। ਸਾਡੇ ਕੋਲ ਇਹ ਇੱਕ ਦੂਜਾ 1 ਹੈ, ਇਸ ਵਿੱਚੋਂ 2 ਟਾਈਮਸ ਅਸੀਂ ਸਬਟਰੈਕਟ ਹਾਂ ਤਾਂ ਇਹ 0 ਹੈ, ਇਹ 1 2 ਟਾਈਮ ਹੈ ਤਾਂ ਇੱਥੇ 3 ਪ੍ਰਾਪਤ ਹੋਣਗੇ ਅਤੇ ਇਹ 2 ਟਾਈਮਸ ਮਾਈਨਸ ਵੀ 2 2 ਵੀ 1 ਤੀਜਾ 1 3 ਗੁਣਾ R1 ਨੂੰ ਮਾਈਨਸ ਰਹੇ ਹਾਂ ਤਾਂ ਇੱਥੇ 2 ਅਤੇ 3 ਤਾਂ ਇੱਥੇ ਸਾਨੂੰ ਇਹ 6 ਮਿਲੇਗਾ ਅਤੇ ਇੱਥੇ ਵੀ 3 3 ਵੀ 1 ਅਤੇ ਫਿਰ ਇੱਕ ਵਾਰ ਫਿਰ ਇਸ ਦੇ 2 ਟਾਈਮਸ ਅਸੀਂ ਸਬਟਰੈਕਟ ਇਹ 0 ਬਣ ਜਾਵੇਗਾ, ਇਹ ਵੀ 0 ਬਣ ਜਾਵੇਗਾ ਅਤੇ ਇੱਥੇ ਇਹ ਵੈਕਟਰ ਆ ਜਾਵੇਗਾ। ਇਸ ਲਈ ਇਹ ਰੋ ਘਟਾਇਆ ਗਿਆ ਐਸ਼ਲੋਨ ਫੋਰਮ ਹੈ ਜੋ ਸਾਨੂੰ ਇੱਥੇ 1 1 0 ਫਿਰ ਅਤੇ 0 1 3 ਅਤੇ 0 0 0 ਮਿਲਿਆ ਹੈ। ਇਸ ਲਈ ਹੁਣ ਅਸੀਂ ਇਸ ਮਾਮਲੇ ਵਿੱਚ ਕੀ ਦੇਖਦੇ ਹਾਂ ਕਿ ਇੱਥੇ ਸਾਡੇ ਕੋਲ ਧਰੁਵੀ ਹੈ, ਇੱਥੇ ਵੀ ਸਾਡੇ ਕੋਲ ਇਹ ਧਰੁਵੀ ਹੈ ਅਤੇ ਇਹ ਭੁੱਲ ਜਾਂਦੇ ਹਨ ਕਿ ਧਰੁਵੀ ਸਾਡੇ ਕੋਲ ਇੱਥੇ ਅਸੰਗਤਤਾ ਹੈ ਜਦੋਂ ਕਿ ਅਸੰਗਤਤਾ ਹੈ ਕਿਉਂਕਿ ਇਹ v1 v2 v3 ਇਹ ਹਨ, ਇਹ ਕੋਈ ਵੀ ਰੀਅਲ ਨੰਬਰ ਹੋ ਸਕਦੇ ਹਨ ਕਿਉਂਕਿ ਸਾਡਾ ਵੈਕਟਰ ਇੱਥੇ R3 ਤੋਂ ਹੈ ਅਤੇ R3 ਤੋਂ ਕੋਈ ਵੀ ਆਰਬਿਟਰੇਰੀ ਵੈਕਟਰ ਕਹੋ। ਇਸ ਲਈ ਅਸੀਂ ਇਹ ਨਹੀਂ ਦੇਖ ਸਕਦੇ ਕਿ ਇਹ 0 ਹੋਵੇਗਾ ਅਤੇ ਕਈ ਸਥਿਤੀਆਂ ਵਿੱਚ ਇਹ ਨਾਨ ਜ਼ੀਰੋ ਨੰਬਰ ਵੀ ਹੋਵੇਗਾ ਅਤੇ ਫਿਰ 0 ਕਿਸੇ ਨਾਨ ਜ਼ੀਰੋ ਦੇ ਇਕੁਅਲ ਹੈ ਜੋ ਅਸੀਂ ਪ੍ਰਾਪਤ ਕਰ ਰਹੇ ਹਾਂ। ਇਸ ਲਈ ਇਸ ਸਿਸਟਮ ਨੂੰ ਅਸੀਂ R3 ਤੋਂ ਜਨਰਲ v1 v2 v3 ਲਈ ਹੱਲ ਨਹੀਂ ਕਰ ਸਕਦੇ ਹਾਂ, ਜਿਸ ਦਾ ਮਤਲਬ ਹੈ ਕਿ ਸਿਸਟਮ ਅਸੰਗਤ ਹੈ ਅਤੇ ਇਸ ਲਈ ਅਸੀਂ ਇਸ ਕੇਸ ਵਿੱਚ ਇਹਨਾਂ ਦਿੱਤੇ ਗਏ ਵੈਕਟਰਸ ਦੇ ਇਹ ਲੀਨੀਅਰ ਕੰਬੀਨੇਸ਼ਨ ਦੇ ਰੂਪ ਵਿੱਚ ਨਹੀਂ ਲਿਖ ਸਕਦੇ ਹਾਂ ਤਾਂ ਜੋ ਅਸੀਂ ਦੇਖਿਆ ਹੈ ਕਿ ਸਿਰਫ ਉਹ ਸੰਖਿਆ ਮਹੱਤਵਪੂਰਨ ਨਹੀਂ ਹੈ ਜੋ ਅਸੀਂ ਲਿਆ ਹੈ। ਇੱਥੇ R3 ਤੋਂ 3 ਐਲੀਮੈਂਟ ਹਨ। ਇਸ ਤੀਜਾ ਉਦਾਹਰਣ ਵਿੱਚ ਅਸੀਂ R3 ਤੋਂ 4 ਐਲੀਮੈਂਟ ਲਏ ਹਨ। ਪਹਿਲੀਆਂ 2 ਉਦਾਹਰਣਾਂ ਅਸੀਂ ਦੁਬਾਰਾ ਲਏ ਹਨ। ਪਹਿਲਾ 2 ਮਾਮਲਿਆਂ ਵਿੱਚ ਸਿਰਫ 3 ਐਲੀਮੈਂਟ ਲਏ ਹਨ। ਸਾਡੇ ਕੋਲ 1 ਦਿੱਤੇ
ਵੈਕਟਰ ਲਈ R3 ਦੇ ਟਰਮਜ਼ ਵਿੱਚ ਇੱਕ ਯੂਨੀਕ ਪ੍ਰਤੀਨਿਧਤਾ ਸੀ ਦਿੱਤੇ ਵੈਕਟਰ। ਤੀਜਾ ਉਦਾਹਰਣ ਵਿੱਚ ਜਿੱਥੇ ਅਸੀਂ 4 ਲਏ ਹਨ ਜੋ ਕਿ ਸਪੈਨਿੰਗ ਸੈੱਟ ਵੀ ਸੀ ਪਰ ਉੱਥੇ ਤੁਹਾਨੂੰ R3 ਤੋਂ ਇੱਕ ਦਿੱਤੇ ਵੈਕਟਰ ਦੀ ਗੈਰ ਯੂਨੀਕ ਪ੍ਰਸਤੁਤੀਆਂ ਮਿਲ ਰਹੀਆਂ ਹਨ। ਅਤੇ ਹੁਣ ਇਸ ਉਦਾਹਰਣ ਵਿੱਚ ਭਾਵੇਂ ਸਾਡੇ ਕੋਲ R3 ਤੋਂ 3 ਵੈਕਟਰ ਹਨ ਪਰ ਉਹ ਦਰਸਾਉਣ ਲਈ ਕਾਫੀ ਨਹੀਂ ਹਨ। R3 ਤੋਂ ਇਹ ਜਨਰਲ ਐਲੀਮੈਂਟ ਜਾਂ ਜਨਰਲ ਵੈਕਟਰ, ਇਸ ਲਈ ਇਹ R3 ਦਾ ਇਹ ਸਪੈਨਿੰਗ ਸੈੱਟ ਨਹੀਂ ਬਣਾਉਂਦਾ। ਇਸ ਲਈ ਇਸ ਸਪੈਨਿੰਗ ਸੈੱਟ ਤੇ ਚਰਚਾ ਕਰਨ ਲਈ ਹੋਰ ਬਹੁਤ ਕੁਝ ਹੈ ਅਤੇ ਇਹ ਅਗਲੇ ਲੈਕਚਰਾਂ ਵਿੱਚ ਹੇਠਾਂ ਦਿੱਤਾ ਜਾਵੇਗਾ। ਇੱਥੇ ਕਨਕਲੂਜਨ ਹੈ ਕਿ ਇੱਕ ਲੀਨੀਅਰ ਸਪੈਨ ਕੁਝ ਵੀ ਨਹੀਂ ਹੈ ਪਰ ਦਿੱਤੇ ਗਏ ਵੈਕਟਰਾਂ ਅਤੇ ਸਪੈਨਿੰਗ ਸੈੱਟ ਦੇ ਸਾਰੇ ਲੀਨੀਅਰ ਕੰਬੀਨੇਸ਼ਨਸ ਹਨ। ਜਿਸ ਨੂੰ ਵੀ 1 ਵੀ 2 ਕਦੋਂ ਅਸੀਂ ਕਹਾਂਗੇ ਕਿ ਇਹ ਸਪੈਨਿੰਗ ਸੈੱਟ ਹੈ ਜੇਕਰ ਇਸ ਦਾ ਕੋਈ ਵੀ ਵੈਕਟਰ ਅਸੀਂ ਇਹਨਾਂ ਵੈਕਟਰਸ ਦੇ ਰੂਪ ਵਿੱਚ ਪ੍ਰਸਤੁਤ ਕਰ ਸਕਦੇ ਹਾਂ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਸਪੈਨਿੰਗ ਸੈੱਟ ਹੈ। ਇਹ ਲੈਕਚਰ ਤਿਆਰ ਕਰਨ ਲਈ ਵਰਤੇ ਗਏ ਹਵਾਲੇ ਹਨ। ਧਿਆਨ ਦੇਣ ਲਈ ਧੰਨਵਾਦ।